ਬਾਕੀ ਜਿਵੇਂ ਤੁਸੀਂ ਉਹਨਾਂ ਦੇ ਪਾਸ ਫਰਮ ਯੂ ਦੇ ਥੋੜੀ ਜਿਹੀ ਗੱਲ ਕਰਨੀ ਸਾਡੀ ਕਰੋ। ਹੈਲੋ, ਥੈਂਕ ਯੂ। मैं थोड़ी जी खिचड़ी लैंग्वेज का यूज़ कर रहा है, हर तरह की थोड़ा ईजी रहूगा मेरे वास्ते। दरअसल गुरप्रीत सर ने दस ही दिता सारी गल, पर मेरी जो दरअसल गुरप्रीत सर ने सारी गल इन्फॉर्मेशन दस ही दी मेरे बारे, पर मैं ये कहना चाहूँगा कि बचपन तो जी मेरे साथ कुछ प्रॉब्लम्स रही हैं। जो मेरी सुपर पावर रही है वो ये कि मैं या तो छोटे बच्चों के नाल रह के खुश सीगा या तो फिर ਵੱਡਿਆਂ ਨਾਲ। मैं कदे अपनी एज से ज़्यादा मैं रहा नहीं ਤੇ ਹੋਇਆ ਇਹਦੇ ਨਾਲ ਇਹ ਕਿ ਮੈਂ ਜਦੋਂ ਵੀ ਗੁਰਪ੍ਰੀਤ ਸਰ ਨਾਲ ਮਿਲਦਾ ਰਿਹਾ ਜਾਂ ਮਾਣਾ ਸਰ ਹੁੰਦੇ ਸੀਗੇ ਜਾਂ ਸੁਪਰੀਮ ਸਰ ਹੁੰਦੇ ਸੀਗੇ ਜਾਂ ਫਿਰ ਕੋਟਕਪੂਰਾ ਦੇ ਵਿੱਚ ਜੋ ਡਾਕਟਰ ਸੁਭਾਸ਼ ਪਰਿਆਰ ਜੀ ਉਹਨਾਂ ਦੇ ਘਰੇ ਜਾਂਦੇ ਰਹੇ, ਜਦੋਂ ਉਹਨਾਂ ਨੂੰ ਕਿਤਾਬਾਂ ਨਾਲ ਦੇਖਦੇ ਤਾਂ ਬੜਾ ਚੰਗਾ ਲੱਗਦਾ। ਫਿਰ ਸੁਰੇਸ਼ ਚੰਦ ਜੀ ਦਾ ਇੱਕ ਪ੍ਰੋਗਰਾਮ ਸੀਗਾ, ਕਿਉਂਕਿ ਉਹਨਾਂ ਦੇ ਤਿੰਨ ਆਰਟਿਸਟਾਂ ਦੇ ਵਿੱਚ ਰਹਿਣ ਕਰਕੇ ਦੇਖਣ ਦਾ ਨਜ਼ਰੀਆ ਚੇਂਜ ਹੋ ਗਿਆ। ਯੂ ਕਾਂਟ ਬਲੀਵ ਮੈਨੂੰ 27-28 ਸਾਲ ਬਠਿੰਡੇ ਰਹਿੰਦੇ ਹੋਏ ਹੋ ਗਿਆ ਪੰਜਾਬ 'ਚ, ਤੇ ਮੈਂ ਕਦੇ ਗੁਰੂ ਨਾਨਕ ਜਯੰਤੀ ਜੋ ਇੱਕ ਫੈਸਟੀਵਲ ਹੈ ਵੱਡਾ, ਇਹਨਾਂ ਨੂੰ ਮੈਂ ਸੁਰੇਸ਼ ਚੰਦ ਜੀ ਦੇ ਘਰੇ ਜਾ ਕੇ ਸਮਝਿਆ, ਕਿਉਂਕਿ ਇਹਨਾਂ ਨੇ ਇੱਕ ਫੈਸਟੀਵਲ ਰੱਖਿਆ ਜਿਹਦੇ 'ਚ ਸਾਰੇ ਰਾਈਟਰਸ ਐਂਡ ਫਿਲਾਸਫਰਸ ਨੂੰ ਬੁਲਾਇਆ ਸੀਗਾ ਤੇ ਸਾਰੇ ਅਸੀਂ ਥੱਲੇ ਬੈਠੇ ਸੀਗੇ ਤੇ ਬਾਬਾ ਨਾਨਕ ਜੀ ਦੇ ਚਰਚਾ ਕਰ ਰਹੇ ਸੀ। ਫਿਰ ਮੈਂ ਸੋਚਿਆ ਕਿ ਫੈਸਟੀਵਲ ਐ ਵੀ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ ਇੰਨੇ ਖੂਬਸੂਰਤ ਤਰੀਕੇ ਨਾਲ ਕਿ ਜਸਟ ਇਮੈਜਿਨ ਕਿ ਅਸੀਂ ਜਿਨ ਸ਼ਖਸ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਨੌਲੇਜ ਹੈ ਉਹ ਦੱਸ ਰਹੇ ਹਨ ਹਮੇ ਸਾਥੀਆਂ, ਤੇ ਮੈਂ ਇਹੋ ਜਿਹੇ ਫੈਸਟੀਵਲ ਅਟੈਂਡ ਕਰਕੇ ਵੱਡਾ ਹੋਇਆ। ਤੇ ਸੁਰੇਸ਼ ਚੰਦ ਜੀ ਵੀ ਸਾਥ ਬੈਠੇ। ਸਰ ਇਹ ਕਿਹੜੇ ਟਾਈਮ ਦੀ ਗੱਲ ਹੋਗੀ ਅੰਦਾਜ਼ਾ? 10 ਸਾਲ ਪਹਿਲਾਂ। ਹਾਂ 10-12 ਸਾਲ। ਉਹਦਾ ਟੌਪਿਕ ਸੀਗਾ ਜੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਅੱਜ ਦੇ ਟਾਈਮ 'ਚ ਰੈਲੇਵੈਂਸ ਕੀ ਹੈ। ਉਹਨਾਂ ਦੇ ਗੁਰੂ ਨਾਨਕ ਬਰਥਡੇ ਦੇ ਰੱਖਿਆ ਸੀ। ਇਹੋ ਜਿਹੇ ਫੰਕਸ਼ਨਸ ਮੈਂ ਅਟੈਂਡ ਕਰਦਾ ਰਿਹਾ ਜਿਹਦੇ ਕਰਕੇ ਕਾਫੀ ਚਾਅ ਚੜਿਆ। ਗੁਰਪ੍ਰੀਤ ਸਰ ਔਰ ਮੈਂ ਜੋ ਹੈ ਉਹ ਨੀਅਰ ਅਬਾਊਟ ਰਾਤ ਨੂੰ ਬੈਠਦੇ ਸੀਗੇ, ਇਹਨਾਂ ਨੇ ਕਈ ਗੱਲਾਂ ਨਹੀਂ ਦੱਸੀਆਂ। ਅਸੀਂ ਸ਼ਾਮ ਨੂੰ ਬੈਠਦੇ ਸੀਗੇ ਔਰ ਸਵੇਰੇ ਤੱਕ ਅਸੀਂ ਗੱਲਾਂ ਕਰਦੇ ਸੀ। ਅਸੀਂ 1-2 ਘੰਟੇ ਵਾਸਤੇ ਗੱਲਾਂ ਨਹੀਂ ਕਰਦੇ ਸੀਗੇ, ਅਸੀਂ ਸਵੇਰ ਤੱਕ। ਕਈ ਵਾਰ ਤਾਂ ਇਹ ਹੋ ਜਾਂਦਾ ਸੀਗਾ ਕਿ ਸਾਨੂੰ ਆਵਾਜ਼ ਆਉਂਦੀ ਸੀਗੀ ਕਿ ਉਹ ਬਸ ਕਰੋ ਹੁਣ। ਫਿਰ ਮੈਂ ਆਪਣੇ ਘਰੇ ਚਲਾ ਜਾਂਦਾ ਤਾਂ ਮੈਨੂੰ ਤਾਂ ਆਉਣ 'ਚ ਵੀ ਸ਼ਰਮ ਲੱਗਦੀ ਸੀ ਕਈ ਵਾਰ ਕਿ ਆਂਟੀ ਪਤਾ ਨਹੀਂ ਕੀ ਕਹਿਣਗੇ, ਫਿਰ ਆ ਗਿਆ ਤੇ ਹੁਣ ਪਤਾ ਨਹੀਂ ਕਿੰਨੇ ਘੰਟੇ ਬੈਠ ਕੇ ਗੱਲਾਂ ਕਰਦੇ ਰਹਿਣਗੇ ਤੇ ਕਿਤਾਬਾਂ 'ਚ ਡਿਸਕਸ਼ਨ ਕਰਦੇ ਰਹਿਣਗੇ। ਤੇ ਉਹ ਸ਼ਾਇਦ ਮੇਰੀ ਆਪਣੀ ਦੇਣ ਨਹੀਂ ਹੈ ਜੀ। ਕੋਈ ਵੀ ਚੀਜ਼ ਕਦੀ ਕੀਤੀ ਹੀ ਨਹੀਂ ਜਾ ਸਕਦੀ। ਮੈਂ ਜੇ ਟੂਰ ਕੀਤਾ ਹੈ ਇਹਦੇ ਪਿੱਛੇ ਵਿਕਰਮ ਜੀ ਦਾ ਹੱਥ ਹੈ, ਕਿਉਂਕਿ ਵਿਕਰਮ ਜੀ ਜੇ ਉਹ ਬਾਈਕ ਨਹੀਂ ਖਰੀਦਦੇ ਮੈਂ ਉਸ ਬਾਈਕ ਤੇ ਟੂਰ नहीं कर सकता। उस कैमरे ने जो फोन में यूज कर रहा है वो कपड़े वो जुराबे वो सॉक्स, ये गल मैंने समझ है कि कल्ले बंदा कुछ भी वो सारे शख्स जो मैंने हर सवेरे शाम कॉल आंदा सीगा जिन्हां दा मैं मिस भी कर दिंदा सीगा कॉल, क्योंकि मैं फोन नाल इन्ने सोहणे रिलेशन नहीं है मेरा डिवोर्स ही है एक तरीके नाल फोन नाल। तो वो जो मैंने पुछते उन सारे ने करवाया, क्योंकि अदरवाइज इट्स नॉट पॉसिबल कि सोलो कुछ भी नहीं है, सोलो राइडिंग नहीं है। मैं हमेशा एक गल कहना है कि सोलो राइडिंग इज नॉट अ हॉबी, इट्स मेंटली स्टेज। ये एक दिमागी स्टेज है जो आपको अकेले तोड़ती है। मैं गुरप्रीत सर और मेरी लाइफ इन्होंने बहुत क्लियर पता है। ये मैंने घरे छड्डन जाते थे तो मैं इन्होंने कहता सीगा कि सड़क पे रख दो, मैंने छड़ दो, मैं तुर के जाना। तो ये कहते थे कि मैं 7 किलोमीटर रात के 2:30 बज रहे हैं तो किवें तुर के जाएगा। तो ये मेरे मतलब बहुत झगड़ते सीगे ਤੇ ਮੈਂ ਜ਼ਬਰਦਸਤੀ ਕਾਰ ਦੀ ਗੱਡੀ ਖੋਲ ਕਰ ਮੈਂ ਬਾਹਰ ਉਤਰ ਕਰ ਜੌਗਿੰਗ ਕਰਨ ਲੱਗ ਪਿਆ ਤੇ ਇਹਨਾਂ ਨੂੰ ਪਤਾ ਸੀਗਾ ਕਿ ਇਹ ਨਥਨ ਕਰ ਨਹੀਂ ਜਾਏਗਾ, ਇਹ ਜਾਏਗਾ ਉੱਚੋ ਗੇੜਾ ਮਾਰ ਕੇ ਜੌਗਿੰਗ ਕਰਦਾ ਵਾ ਵਾਪਸ ਘਰ ਜਾਏਗਾ। ਤੇ ਇਹਨਾਂ ਨੂੰ ਇਹ ਗੱਲ ਪਤਾ ਸੀ। ਤੇ ਇਹੋ ਜਿਹੀ ਜੋ ਮੇਰੀ ਜੋ ਹੌਬੀ ਹੋਈ ਹੈ ਉਹ ਇਨ ਸਾਰਿਆਂ ਦੀ ਦੇਣ ਹੈ, ਮੇਰੀ ਇਕੱਲੇ ਦੀ ਨਹੀਂ। ਦਰਸ਼ਕਾਂ ਨੂੰ ਪਲੀਜ਼ ਸਾਰੇ ਮੇਰੇ ਦਰਸ਼ਕ ਬੈਠੇ ਉਹਨਾਂ ਦੱਸਦੇ ਆ ਕਿ ਮਿਥੁਨ ਜੀ ਪੇਸ਼ੇ ਤੋਂ ਅਧਿਆਪਕ ਨੇ ਔਰ ਅਧਿਆਪਕ ਜੋ ਕਿ ਕਲਾ ਅਧਿਆਪਕ ਨੇ, ਮਤਲਬ ਬਹੁਤ ਨੇੜਿਓਂ ਜਿਹੜੀ ਕੁਦਰਤ ਕਲਾ ਨੂੰ ਪੜ੍ਹਦੇ ਨੇ। ਔਰ ਇਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨਾਲ ਕਿਵੇਂ ਦਾ ਜਿਹੜਾ ਹੈਗਾ ਇੱਕ ਲਗਾਅ ਬਣਿਆ, ਉਹਨਾਂ ਦੇ ਕਿਵੇਂ ਉਪਾਸਕ ਬਣੇ,
ਡਿਸਕਸ਼ਨ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ ਜਿਹੜੀ ਚੀਜ਼ ਸਾਡੇ 'ਚ ਮਿਸਿੰਗ ਹੈ। ਤਾਂ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਮਨ ਦੇ ਵਿੱਚ ਗੁਰਪ੍ਰੀਤ ਭਾਈ ਨੇ ਦੱਸਿਆ ਵੀ ਇੱਕ ਬਣ ਚੁੱਕੀ ਸੀ ਪਲੈਨਿੰਗ ਕਿ ਅਸੀਂ ਜਾਈਏ 4 ਉਦਾਸੀਆਂ ਦੇਖੀਏ। ਇਸ ਵੇਲੇ ਤੁਸੀਂ ਇੱਕਦਮ ਯਕਦਮ ਕਿਵੇਂ ਫੈਸਲਾ ਲੈ ਲਿਆ ਔਰ ਕੀ ਤਿਆਰੀ ਕੀਤੀ ਔਰ ਕਿਵੇਂ ਤੁਸੀਂ ਆਪਦੇ ਆਪ ਨੂੰ ਤਿਆਰ ਕੀਤਾ ਕਿ ਮੈਂ ਇਹਦੀ ਯਾਤਰਾ ਜਾਣਾ ਹੈ, ਉਹਦੇ 'ਚ ਮੈਂ ਕੀ ਕਰਨਾ ਹੈ? ਸਰ ਇਹਦੇ ਦੋ ਆਨਸਰ ਹੈ, ਇੱਕ ਹੈ ਆਫ ਕੈਮਰਾ ਆਨਸਰ, ਇੱਕ ਹੈ ਔਨ ਕੈਮਰਾ ਆਨਸਰ। ਦੋਨੇ ਸੁਣਾਓ। पर मैं रियलिटी दसदा क्योंकि अगर मैं रियलिटी ना दसा, क्योंकि मैं एक चीज़ और सीखी है कि जो बंदा सच कहता है वो अपनी टेंशन दूजे को दे देता है, उसके बाद दूजे की समस्या है। ते एक सच कहना इसलिए ज़रूरी है, ये अपने आप की एक तपस्या है सच कहना, तो मैं सच कह देना जी। सच ये है कि ट्रैकिंग और ट्रैवलिंग ये मदर के थ्रू मेरी लाइफ च इंट्रोड्यूस होया। मेरे मदर बड़े दिलेर है, उन्होंने ये लाइफ च इंट्रोड्यूस किया, फिर गुरप्रीत सर मिले, हंस सर मिले और इन्होंने नाल असीं बहुत ट्रैक किया। लेकिन जो सोलो ट्रैवलिंग और गुरु नानक देव जी का रिलेशन है वो ये है कि मैं आज तो 5 साल पहले स्कूल वालों और पर्सनल लाइफ वालों इतना ज़्यादा डिस्टर्ब सीगा कि मैं सोच रहा सीगा कि लाइफ की लोड़ नहीं, इन्हें खत्म किया जाए। तो मैं बाइक चला रहा सी ते मेरे नाल एक ट्रक जा रहा सी 6 पहिए वाला, ਤੇ ਮੈਨੂੰ ਐ ਸੀਗਾ ਕਿ ਮੈਂ ਪਹੀਏ ਦੇ ਪੈਦਲ ਜਾ ਕੇ ਮੈਨੂੰ ਐ ਸੀਗਾ ਕਿ ਜੋ ਪਹੀਏ ਦਾ ਟਾਇਰ ਟਰੱਕ ਦਾ ਘੁੰਮ ਰਿਹਾ ਉਹਦੇ 'ਚ ਜੇ ਮੈਂ ਸਰ ਦੇਦਾ ਤੇ ਮੇਰੀ ਲਾਈਫ ਦੀ ਪ੍ਰੋਬਲਮ ਸੌਰਟ ਆਊਟ ਹੋ ਜਾਏ। ਤੇ ਟਰੱਕ ਆਗੇ ਗਿਆ ਤੇ ਮੈਨੂੰ ਲੱਗਿਆ ਨਹੀਂ ਇਟਸ ਓਕੇ, ਇਹ ਕਰ ਹੋ ਗਿਆ, ਬਹੁਤ ਹੋ ਗਿਆ। ਤੇ ਮੈਂ ਬਾਈਕ और तेज ਕੀਤੀ ਤੇ ਟਰੱਕ ਦੇ ਬਿਲਕੁਲ ਕਰੀਬ ਪਹੁੰਚਿਆ और जब मैं ट्रक के करीब पहुंचा तो सामने जो ट्रक के विंडो तो एक छोटे जे राजस्थानी टाइप के बच्चे ने जो गर्दन कट के पीछे देखा तो मैंने लगे यार बच्चे की लाइफ मैं तो अपनी प्रॉब्लम सॉर्ट आउट कर दूंगा, लेकिन इस बच्चे का कोई कि इस बच्चे की लाइफ बर्बाद हो जाए। उन्हीं दिनों मैं फोन भी नहीं चकता सीगा ते मैं रमनदीप, रमनेंद्र और मेरे एक बहुत करीबी दोस्त असी तीनों ही अक्सर गोविंदपुरा जाके बैठ के डिस्कशन करते थे। बाई चांस दुर्भाग्यपुर ओदी शरीर छड़ गया और उन्हें जान तो 2-3 दिन पहले मैंने कॉल की थी। जब उन्हें कॉल की मैं वो कॉल नहीं चकिया तो ਉਹਦੀ ਡੈਥ ਇਸ ਤਰ੍ਹਾਂ ਹੋਈ ਕਿ ਦੇਖਣ ਵਾਲੇ ਨੂੰ ਲੱਗਦਾ ਕਿ ਸ਼ਾਇਦ ਸੁਸਾਈਡ ਕੀਤਾ, ਪਰ ਉਹ ਸੁਸਾਈਡ ਨਹੀਂ ਸੀ। ਤੇ ਮੈਂ ਜਦੋਂ ਉਹਨੂੰ ਮਿਲਣ ਸਰਕਾਰੀ ਹਸਪਤਾਲ 'ਚ ਗਿਆ ਤੇ ਮੈਂ ਦੇਖਿਆ ਉਹਦੇ ਫਾਦਰ ਸਾਹਿਬ ਪੁਲਿਸ ਵਾਲੇ ਨਾਲ ਡਿਸਕਸ ਕਰ ਰਹੇ ਤੇ ਸਾਰੇ ਲੋਕ ਬੈਠੇ ਤੇ ਮੈਨੂੰ ਬੜਾ ਗੰਦਾ ਲੱਗਿਆ। ਮੈਨੂੰ ਲੱਗਿਆ ਨਹੀਂ ਮੇਰੇ ਮਦਰ ਫਾਦਰ ਇੰਨੇ ਕਮਾਲ ਦੇ ਹੈ ਤੇ ਜੇ ਮੈਂ ਕਰ ਬੈਠਾ ਇਹ ਚੀਜ਼ ਤੇ ਮੇਰੇ ਪੇਰੈਂਟਸ ਨੂੰ ਪਰੇਸ਼ਾਨ ਹੋਣਗੇ ਤੇ ਮੇਰੇ ਪੇਰੈਂਟਸ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਤੇ ਬਹੁਤ ਪ੍ਰੋਬਲਮ ਹੋਗੀ। ਮੈਂ ਇਹ ਰਾਹ ਨਹੀਂ ਅਪਣਾਉਣਾ, मैं इन्हों किसी और तरीके नाल करना है क्योंकि ये बहुत इंसल्टिंग है, ये मैं नहीं करना है। मैं अपने फ्रेंड को मिलिया भी नहीं और इन्हें डिस्टर्बिंग ट्रेन के नाल मैं घर आया तो मैं पढ़ा लग गया कि कोई तरीका लगी तो मैं तरीका लभ्या कदा इहो जी थां ते तुर के जाना जिथे कोई नहीं गया तो उत्थे मैं अगर पूरा हो जाना तो मेरी लाइफ कंप्लीट है। तो मैं एप्लीकेशन लिखी कि मैं समंदर का सफर आईलैंड का कला करना है ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਯਾਕਿੰਗ ਆਂਦੀ ਹੈ ਸਰਟੀਫਿਕੇਟ ਤੁਹਾਨੂੰ ਨਾਉ ਚਲਾਉਣਾ ਆਉਂਦਾ, ਮੈਂ ਕਿਹਾ ਨਹੀਂ ਆਉਂਦਾ, ਕਹਿੰਦੇ ਉਹ ਕਰੋ ਫਿਰ। ਜਦੋਂ ਮੈਂ ਕਰਨ ਗਿਆ ਤਾਂ ਪਤਾ ਲੱਗਿਆ ਕਿ ਤੁਸੀਂ ਇਹ ਟੇਬਲ ਚੜ੍ਹ ਸਕਦੇ ਹੋ ਪਰ ਇਸੇ ਟੇਬਲ ਨੂੰ ਜਦੋਂ ਪਾਣੀ ਦੇ ਵਿੱਚ ਚੱਕਣਾ ਤਾਂ ਤੁਸੀਂ ਪ੍ਰੋਬਲਮ ਸਮਝ ਸਕਦੇ ਹੋ ਕਿ ਨਹੀਂ ਚੱਕਿਆ ਜਾ ਸਕਦਾ ਇਹ ਟੇਬਲ ਜਦੋਂ ਪਾਣੀ ਦੇ ਵਿੱਚ ਚੱਕਣਾ ਹੋਵੇ ਟੇਬਲ। ਤਾਂ ਮੈਂ ਟ੍ਰੇਨਿੰਗ ਸਪੈਸ਼ਲੀ ਇਸ ਚੀਜ਼ ਦੀ ਲਿੱਤੀ ਹੈ ਕਿ ਮੇਰੀ ਨਾਉ ਜੇ ਪਲਟ ਜਾਏ ਤੇ ਮੈਂ ਉਹਨੂੰ ਕਿਵੇਂ ਸਿੱਧਾ ਕਰਾਂ। ਤਾਂ ਮੈਂ ਜਦੋਂ ਟ੍ਰੇਨਿੰਗ ਕਰਦਾ ਤਾਂ ਮੈਂ ਫੇਲ ਹੁੰਦਾ, 15 ਡੇਜ਼ ਮੈਂ ਫੇਲ ਹੁੰਦਾ ਰਿਹਾ। तो मेरे टीचर मैंने कहते कि मतलब ये टीम वर्क का काम है, ये सोलो नहीं कर सकता कोई बंदा एक कश्ती नूं सीधा कर देना। तो मैंने लग्या नहीं मैं कर लूंगा क्योंकि ईगो एक टाइप की बीमारी है। तो मैं उस चीज़ नूं सीखिया पर मैं कर नहीं सकिया, मैं फेल हुआ उस चीज़ तो। फाइनली फिर मैं सोलो इंदिरा हरा पास किया, बहुत कुछ एक्सपीरियंस, मतलब बारिश हो रही है तो लोग पीछे आ रहे हैं, मैं कहना नहीं मैं जाना है बारिश से जाना। तो इहो जी चीज़ां की ਉਹਦਾ ਹੀ ਇੱਕ ਤਰੀਕਾ ਹੈ ਕਿ ਮੈਂ ਸੋਲੋ ਨਿਕਲ ਸਕਦਾ। ਰਹੀ ਗੱਲ ਬਾਬਾ ਨਾਨਕ ਜੀ ਦੀ, ਜਦੋਂ ਮੈਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਜੀ, ਕਬੀਰ ਜੀ ਨੂੰ ਔਰ ਸਪੈਸ਼ਲੀ ਬਾਬਾ ਨਾਨਕ ਜੀ ਨੂੰ, ਤਾਂ ਮੈਨੂੰ ਇਹ ਗੱਲਾਂ ਕਲੀਅਰ ਹੋਈ ਪੜ੍ਹਨ ਦੇ ਬਾਅਦ ਕਿ ਲਾਈਫ ਖਤਮ ਕਰਨਾ ਨਹੀਂ ਹੁੰਦਾ, ਲਾਈਫ ਜੀਣਾ ਹੁੰਦਾ। ਔਰ ਸੋਲੋ ਟਰੈਵਲਿੰਗ ਦੇ ਦੌਰਾਨ ਸਹੀ ਗੱਲ ਤਾਂ ਇਹ ਹੈ ਕਿ ਮੈਨੂੰ ਕਿਤਾਬਾਂ ਨੇ ਬਚਾਇਆ, ਇਨ ਦੀ ਐਂਡ ਮੈਨੂੰ ਕਿਤਾਬਾਂ ਨੇ ਬਚਾਇਆ, ਉਹਨਾਂ ਨੇ ਡਾਇਰੈਕਸ਼ਨ ਦਿੱਤਾ। ਔਰ ਜੋ ਸੋਲੋ ਟਰੈਵਲਿੰਗ ਦੇ ਨਾਲ ਜਦੋਂ ਮੈਂ ਮਿਥੁਨ ਦੇ ਨਾਲ ਜਾਂਦਾ ਸੀਗਾ, ਮਿਥੁਨ ਦੇ ਨਾਲ ਬਹੁਤ ਗੱਲਾਂ ਕਰਦਾ ਸੀਗਾ ਤੇ ਗੁਰਪ੍ਰੀਤ ਸਰ ਮੈਨੂੰ ਕਹਿੰਦੇ ਤੂੰ ਮੈਰਿਜ ਕਰ ਲੈ। ਮੈਂ ਕਿਹਾ ਮੈਨੂੰ ਪਿਆਰ ਹੋ ਗਿਆ ਜੀ ਮਿਥੁਨ ਦੇ ਨਾਲ, ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਮਿਥੁਨ
ਚੰਗਾ ਬੰਦਾ ਹੈ, ਮਾੜਾ ਨਹੀਂ ਸੋਚਦਾ ਕਿਸੇ ਦਾ, ਤੇ ਮੈਨੂੰ ਆਪਣੇ ਨਾਲ ਹੀ ਪਿਆਰ ਹੋ ਗਿਆ ਤੇ ਮੈਂ ਆਪਣੇ ਨਾਲ ਰਹਿਣਾ ਖੁਸ਼ ਹੋਇਆ। ਉਸੇ ਦੌਰਾਨ ਕਿਤਾਬਾਂ ਪੜ੍ਹਨੀ ਸ਼ੁਰੂ ਕੀਤੀਆਂ ਜੀ। ਗੁਰਪ੍ਰੀਤ ਸਰ ਮੈਨੂੰ ਕਿਤਾਬਾਂ ਦਿੰਦੇ ਰਹੇ ਆ, ਸੁਰੇਸ਼ ਚੰਦ ਜੀ ਮੈਨੂੰ ਕਿਤਾਬਾਂ ਬਹੁਤ ਦਿੰਦੇ ਰਹੇ ਜੀ। ਤੇ ਜਦੋਂ ਕਿਤਾਬਾਂ ਪੜ੍ਹੀਆਂ ਤੇ ਮੈਨੂੰ ਫਿਰ ਜੋ ਸੈਕਿੰਡ ਲਵ ਹੋਇਆ ਉਹ ਬਾਬਾ ਨਾਨਕ ਜੀ ਦੀ ਫਿਲਾਸਫੀ ਨਾਲ ਹੋਇਆ। ਇਹ ਤੁਸੀਂ ਗੱਲ ਦੱਸੀ ਸਾਰਿਆਂ ਵਾਸਤੇ ਆਪਣੇ ਵਾਸਤੇ ਪ੍ਰੇਰਨਾ ਵਾਲੀ ਗੱਲ ਹੈ ਵੀ ਫਿਲਾਸਫੀ ਨੂੰ ਪੜ੍ਹਨਾ ਸਪੈਸ਼ਲੀ ਕੋਈ ਉਸ ਚੀਜ਼ ਨੂੰ ਲੈ ਕੇ ਕਰਨਾ ਜਿਹੜੀ ਤੁਹਾਨੂੰ ਬਹੁਤ ਪ੍ਰੇਰਨਾ ਦਿੰਦੀ ਹੈ, ਤੁਹਾਡੇ ਜੀਵਨ ਰੱਖੇ ਹੋ ਸਕਦੀ ਜਿਵੇਂ ਮੇਰੇ ਲਈ। ਇਸ ਤਰ੍ਹਾਂ ਦਾ ਤੁਸੀਂ ਫਿਰ ਸ਼ੁਰੂਆਤ ਆਪਾਂ ਕਿਉਂਕਿ ਸਮਾਂ ਬਹੁਤ ਦੂਰ ਇਹਨੂੰ ਆਪਾਂ ਉਧਰਲੇ ਪਾਸੇ ਲੈ ਕੇ ਕਰਦੇ ਹਾਂ ਕਿ ਤੁਸੀਂ ਸਫ਼ਰ ਕਿਵੇਂ ਸ਼ੁਰੂ ਕੀਤਾ, ਕਿੱਥੇ ਸ਼ੁਰੂ ਕੀਤਾ, ਕੀ ਮਤਲਬ ਪਲੈਨਿੰਗ ਕੀ ਕਰ ਲਈ ਤੁਸੀਂ, ਕੋਈ ਰੂਟ ਬਣਾਇਆ, ਕੋਈ ਤੁਸੀਂ ਜਿਵੇਂ ਗੁਰਪ੍ਰੀਤ ਭਾਈ ਹੋਏ ਆਪਣੇ ਹਮੇਸ਼ਾ ਆਪਣੇ ਨਾਲ ਸਾਥ ਦਿੰਦੇ ਜਾਂ ਹੋਰ ਆਪਣੀ ਸਾਰੀ ਟੀਮ ਹੈ ਜਿਹੜੀ ਉਹਨਾਂ ਨਾਲ ਤੁਸੀਂ ਕੀ ਡਿਸਕਸ਼ਨ ਕੀਤੀ ਔਰ ਕਿਵੇਂ ਫਿਰ ਤੁਸੀਂ ਧੋਏ ਇਹਨੂੰ ਥੋੜਾ ਸਰ ਮੈਂ ਕੋਈ ਪਲੈਨਿੰਗ ਨਹੀਂ ਕੀਤੀ, ਸੌਰੀ। ਮੇਰੇ ਇੱਕ ਬੈਗ ਹੈ ਜੋ ਮੇਰੇ ਬੈਡ ਦੇ ਥੱਲੇ ਆਲਮੋਸਟ ਰਹਿੰਦਾ ਹੀ ਹੈ 24 ਘੰਟੇ। ਜਦੋਂ ਮੈਨੂੰ ਛੁੱਟੀ ਹੁੰਦੀ ਹੈ ਬਸ ਮੈਂ ਬੈਗ ਚੱਕਦਾ ਤੇ ਤੁਰ ਜਾਂਦਾ ਜੀ। ਤੇ ਆਲਰੇਡੀ ਉਹ ਬੈਗ ਭਰਿਆ, ਸ਼ੂਜ਼, ਕੱਪੜੇ, ਕਿਸੇ ਚੀਜ਼ ਦੀ ਕੋਈ ਰਿਕੁਆਇਰਮੈਂਟ ਨਹੀਂ ਕਿਉਂਕਿ ਮੇਰੀ ਤਿਆਰੀ ਆਲਰੇਡੀ ਹੁਣ ਵੀ ਮੇਰੀ ਕੰਪਲੀਟ ਹੈ तैयार। और जो राइटअप है लिखन का और जो नक्शा है वो मैं कई किताबों को पढ़िया जी, उसके बाद एक नक्शा प्लान किया जो कि मैं अपने गुरुओं नाल डिस्कस भी किया ते उन्होंने कहा कि इट्स ओके, इट्स योर जर्नी ते तू इनु खुद आप ही कर। ते वो एक नक्शा प्लान किया। एक्चुअली वो नक्शा बिखरिया हुआ सीगा जिवें फॉर एग्जांपल एक किताब है, इस किताब दे विच कुछ एविडेंस सीगे, फिर इस किताब दे विच, इस किताब दे विच, इस किताब दे विच, तो मैं बहुत कंफ्यूज होता रहा। मैंने कई बार डिटेल से पढ़ने के बाद लगता सीगा कि ये साखी रांची दी है, फिर मैंने किसी थां ते मैंने लगता सीगा कि कहीं किसी और थां ते, फिर मैंने लगा कि ये है नहीं सॉर्ट आउट होना। मैं सारे स्टेट्स नू जगहां नू नोट किया स्टेप बाय स्टेप, नक्शे दे प्लान। फिर मैं गुरप्रीत सर दे नाल बैठ के इंटरनेट 'ਚ ਅਸੀਂ मैप डिजाइन करते रहे। इन्हां दी बेटी है सरगमन है, उन्होंने मेरी हेल्प की कि वो टाइप कर रहे हैं, मैं बोल रहे हैं। और उन्होंने जब मैं बठिंडा तो अमृतसर आ गया, अमृतसर तो कोई और स्टेट, फिर और तो वो एक नेड़े नेड़े दे स्टेट प्लान करते। लेकिन इतने कंफ्यूजन सी कि फॉर एग्जांपल गुरु नानक देव जी महाराज दिल्ली तो हरिद्वार गए या हरिद्वार तो दिल्ली आए या दिल्ली किस डायरेक्शन तो आए, तो थोड़ी कंफ्यूजन जाके ही क्लियर हो सकती थी। फिर मैंने लगा कि ये तोड़ना चाहिए, देखना चाहिए। फिर हर थां ते गया, लेकिन इतने एक और खूबसूरत चीज है कि जब मैं एक थां ते जाता, फॉर एग्जांपल पॉइंट ए ਦੇ ਵਿੱਚ ਜਾਂਦਾ और ਉੱਥੇ ਗੱਲਾਂ ਕਰਦਾ, तो ਗੱਲਾਂ ਵੀ ਮੇਰੀ 1.5-2 ਘੰਟੇ ਦੀ ਹੁੰਦੀ और उस ਗੱਲਾਂ 'ਚ ਉਹ ਸ਼ਖਸ ਮੈਨੂੰ पॉइंट सी ਦੇ ਬਾਰੇ ਦੱਸ ਦਿੰਦੇ, ਹਾਲਾਂਕਿ मैं पॉइंट बी ਜਾਣਾ। तो मैं सोचता हूँ पॉइंट सी इस डायरेक्शन से, पॉइंट बी इस डायरेक्शन से की करा। फिर मैंने लग गया कि एक ही लाइफ है, कर लेते हैं। तो मैं पॉइंट सी भी कवर करता, पॉइंट बी भी कवर करता। पॉइंट सी जो कोई एविडेंस मिलते पॉइंट डी दे, फिर पॉइंट डी भी कवर करता। फिर मैंने क्लियर होने लग गया जी कि राह असल दे विच किथे है, पहली उदासी, दूसरी उदासी, तीजी उदासी। फिर मैंने बहुत क्लियर होने लग गया जिवें सिक्किम 'ਚ मैंने जब एंटर करना सीगा तो मैंने दार्जिलिंग मनी मिले और मनी मैंने कहते कि मैं गुरुद्वारे रहा और वो गुरुद्वारा तीजी उदासी है, तो मेरी काफ़ी हेल्प हो जाती है इस तरीके नाल। पर मैंने यह होता है कि वो जगह दोबारा जाके देखो, तो इस तरीके नाल तैयारी तो तैयार हुण भी तैयारी है सर, कोई स्पेशल तैयारी नहीं है। ਭੁਪਿੰਦਰ ਜੀ ਇੱਕ ਮੈਂ ਐਡੀਸ਼ਨ ਕਰਦਾ, ਮੈਨੂੰ ਮਿਥੁਨ ਨੇ ਗੱਲ ਕਹੀ ਤੇ ਮੈਨੂੰ ਉਹ ਸਹੀ ਵੀ ਲੱਗੀ ਤੇ ਲਾਨਤ ਵੀ ਲੱਗੀ। ਇਹਨੇ ਕਿਹਾ ਕਿ ਸਿੱਖ ਧਰਮ ਤੁਹਾਡਾ ਸਭ ਤੋਂ ਨਵਾਂ ਧਰਮ ਹੈ, 500 ਸਾਲ ਹੋਏ ਆ ਸਿਰਫ, ਤੇ ਲਾਨਤ ਤੁਸੀਂ ਇਤਿਹਾਸ ਨਹੀਂ ਸੰਭਾਲ ਕੇ ਰੱਖਿਆ। ਤੇ ਮੈਂ ਇਹਦੀ ਗੱਲ ਨੂੰ ਉਵੇਂ ਹੀ ਕਬੂਲ ਕੀਤਾ, ਮੈਂ ਕਿਹਾ ਮੈਂ ਮੰਨਦਾ। ਦੇਖੋ ਕੈਸੀ ਗੱਲ ਹੈ ਕਿ ਸਾਡੇ ਕੋਲੇ 500 ਸਾਲ ਹੋਇਆ ਤੇ ਸਾਡੇ ਕੋਲੇ ਇੱਕ ਰੂਟ ਵੀ ਨਹੀਂ ਹੈਗਾ ਵੀ ਬਾਬਾ ਨਾਨਕ ਸਹੀ ਕਿਹੜੇ ਰੂਟ ਤੋਂ ਗਏ ਸੀ, ਸਭ ਵਿਖਰਿਆ ਹੋਇਆ। ਸੌਰੀ ਚਲੋ ਇਸ ਚੀਜ਼ ਨੂੰ ਮੈਂ ਵੀ ਹੁਣੇ ਮਹਿਸੂਸ ਕੀਤਾ ਹੈਗਾ ਆਪਣਾ ਇਸ हाँ जी हाँ ਕਿਉਂਕਿ ਮੈਂ ਹੁਣ ਲੋਟੀ ਜਾ ਕੇ ਆਏ ਹਾਂ, ਅਸੀਂ ਨੇਪਾਲ ਗਏ ਸੀ ਆ ਛੁੱਟੀਆਂ ਦੇ ਵਿੱਚ, ਅਸੀਂ ਵੀ ਥੋੜਾ ਟੂਰ ਕੀਤਾ ਸੀਗਾ ਸਾਡਾ ਕਾਰ ਵਾਲਾ ਸਫ਼ਰ। ਉੱਥੇ ਉਹਨਾਂ ਨੇ 2500 ਸਾਲ ਪਹਿਲਾਂ ਬੁੱਧ ਇੱਥੇ ਜਨਮੇ ਹੈ, ਮਹਾਤਮਾ ਬੁੱਧ ਉਹ ਜਗ੍ਹਾ ਬਿਲਕੁਲ ਐਗਰੀਟੀ ਸੰਭਾਲ ਕੇ ਰੱਖੀ ਹੋਈ ਹੈ, ਉਵੇਂ ਸੰਦੂਕ ਹੈ, ਸਭ ਕੁਝ ਹੈ। ਤੇ ਤੁਸੀਂ ਆਪਣੇ ਆਸੇ-ਪਾਸੇ ਨਿਗਾਹ ਮਾਰ ਲਓ ਵੀ ਸਾਡੇ ਬੰਦੇ ਨੇ ਕੀ ਕਰਤਾ, ਕਿੰਨੀਆਂ ਚੀਜ਼ਾਂ ਸੀ ਮਹਾਰਾਜ ਵਾਲੀਆਂ ਜਿਹੜੀਆਂ ਸਾਡੇ 500 ਸਾਲਾਂ ਦੇ ਵਿੱਚ ਜਿਹੜੀਆਂ ਸਾਡੀਆਂ ਨਿਸ਼ਾਨੀਆਂ ਸੀਗੀਆਂ ਉਹ ਕਿੱਧਰ ਗਈਆਂ। ਜ਼ਿੰਮੇਵਾਰੀ ਆਪਣੀ ਵੀ ਇਹ ਨਹੀਂ ਹੈਗਾ ਕਿ ਤੁਸੀਂ ਆਪਾਂ ਮੁੱਕਰ ਜਾਓਗੇ ਜੀ, ਇਹ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਅਗਲੇ ਕਿਹੜੀ ਸਾਨੂੰ ਪੁੱਛਦੇ ਨੇ ਤੁਸੀਂ ਕੀ ਕਰੀਏ। ਘੱਟੋ ਘੱਟ ਬੋਲਣਾ ਚਾਹੀਦਾ। ਚਲੋ ਆਪਾਂ
ਮਿੱਠੂ ਜੀ ਨਾਲ ਗੱਲਬਾਤ ਕਰਦੇ ਰਹੇ ਹਾਂ। ਫਿਰ ਆਪਣੇ ਸਫ਼ਰ ਦੀ ਸਾਨੂੰ ਸੁਣਾਓ ਜੀ, ਦੱਸਦਾ ਕਿੱਥੋਂ ਸ਼ੁਰੂ ਕਰਕੇ ਕਿੱਥੇ ਗਏ, ਅੱਗੇ ਕਿੱਥੇ ਗਏ, ਔਰ ਤੁਸੀਂ ਕੀ ਕੀ ਫੀਲ ਕੀਤਾ, ਔਰ ਕਿਵੇਂ ਕਿਵੇਂ ਤੁਸੀਂ ਜਿਹੜਾ ਹੈਗਾ ਐਵੀਡੈਂਸ ਜਿਹੜੇ ਇਕੱਠੇ ਕੀਤੇ, ਕਿਉਂਕਿ ਹੋਪਫੁਲੀ ਅਸੀਂ ਆਸ ਕਰਦੇ ਹਾਂ ਕਿ ਕਿਤਾਬ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਣਗੇ ਸਾਰੇ ਉਹ ਸਾਡੇ ਨਾਲ ਸਾਂਝਾ ਕਰੋ। ਜੀ ਮੈਂ ਬਠਿੰਡੇ ਤੋਂ ਸਫ਼ਰ ਸ਼ੁਰੂ ਕੀਤਾ ਤੇ ਰਾਤ ਤੱਕ ਮੈਂ ਕਨਫਿਊਜ਼ ਸੀਗਾ, ਕਿਉਂਕਿ ਮੈਂ ਬੜਾ ਕਨਫਿਊਜ਼ਿੰਗ कैरेक्टर है तो मैं रात तक कन्फ्यूज थी। गुरप्रेम लहरी जी का, गुरप्रेम सर के बिना मैं मिले ये सफ़र शुरू नहीं करना चाहता था, क्योंकि बेसिकली सपना साडा दोनों का सीगा, सर का मेरा। जो मैं इन्होंने कोल गया, इन्होंने कहा मैं तो तुर लै तेन राह मिल जाना, तो गुरप्रेम लहरी जी ने मैनू राह में तंग किया। तो इन्होंने फादर साहब ने मेरे नाल बैठ के काफ़ी देर 2 घंटे 2.5 घंटे असीं डिस्कशन की। तो मैं उन्होंने पूछा नहीं, मैंने क्लियर नहीं, वो कहते उतों ही शुरू कर जिथे बाबा नानक जी ने शुरू किया, सुल्तानपुर लोधी। मैं सुल्तानपुर लोधी तो सफर शुरू किया जी, जलंधर, दिल्ली जाकर मैनू कुछ इहो जी स्टोरी या हिस्टोरिकल एविडेंस सामने आए, जिसे करके मैनू लगे मतलब ना ये सफर तेरा नहीं, क्योंकि मैनू गुरप्रेम लहरी जी ने ये गल पहले ही क्लियर करती थी जी कि मतलब तू गलती कर रहा है, तेनू 2 बंदे चाहिए, ये छोटी चीज़ नहीं। तो मैं इन्हों बार बार टालता रहा कि नहीं मैं अपने वास्ते कर रहा है, लेकिन जो मैं तुरया तब मैंने समझ आया कि ये सफर छोटा नहीं है, बहुत बड़ा है। क्योंकि जब मैं दिल्ली पहुंचा तो दिल्ली जो मैंने एविडेंस मिले उसके बाद मेरे दिमाग से सवाल पैदा हुआ है कि असल दे विच गुरु नानक देव जी महाराज किस राह तो दिल्ली आए। इस सफर ने मैंने 2-3 दिन दिल्ली रखा ते लोकां नाल गल कीती तां मैंने क्लियर रहा, फिर मैं हर उन डायरेक्शंस से फॉलो करता रहा जिसमें मैंने थोड़ा शक होगा कि इस डायरेक्शन तो आया हो सकते हैं बाबा जी। ते वो चाहे सड़क माड़ी हो, क्योंकि जे अयोध्या की गल करें तो सड़क बहुत कंडीशन बुरी है, क्योंकि वो मेट्रो की एक मुहिम चल रही है मेट्रो लाने वास्ते, और कुछ नाम पुराने हैं किताबों के विच और नाम हम शहरों का बदल चुके हैं, जिसे करके भी बहुत कुछ बदल चुके होता है। और करके प्रॉब्लम्स तो बहुत आई फिर, लेकिन जो मैंने इतना समझ आ गया कि सफर का मतलब सिर्फ सफर करना नहीं है, सफर का मतलब एक रूट तैयार करना, जिसका मकसद मेरा सिर्फ इतना बन गया सीगा जी कि मैं एक नक्शा तैयार कर सका जिहदे च बाइकर्स तुर सके। हर ऐसे सिख रिलीजन तो बिलोंग नहीं करता ते मैनूं कई चीज़ां नहीं पता, लेकिन जे को मेरे पंजाबी ब्रदर्स तुरनगे है ना, मणि बहुत अच्छा इंटरव्यू लेता है, गुरप्रेम सर बहुत अच्छा लेते हैं, तो ये जो तुरनगे उस राह को कि हाँ चलो एक मिथुन का 1.1% एक शुरुआत है, ते उठे जाके जो मणि जी गुरप्रेम सर जो क्वेश्चंस पुट करेंगे ते लोगों ने जवाब देना पड़ेगा। ते इन्होंने मेरे तो ज्यादा इस मामले से समझ है, क्योंकि एक खानदानी इन्होंने एक विरासत दे विच मिली है, ते मैंने ਉਹਦੇ वास्ते एफर्ट करना पै रहा है। ते मेरा मकसद बढ़ गया कि मैं नक्शा बनाऊं, लेकिन उस नक्शे के दौरान ताकि बाइकर्स को जब मैं पढ़ना शुरू किया ना पढ़ता भी रहा, ऐतिहासिक गल्लां भी करता रहा, कई घंटे 6-6 घंटे तक मैंने किया गया कि यार तुम वेट करो आ रहे हैं, वो बिजी नहीं है, तो 6-6 घंटे वेट करना, पूरे दिन का एक सफर खत्म होता है। फिर मैं रात को भी सफर करने की प्लानिंग की थी, जो मैंने मिलिया और आप सभी को जान के खुशी होगी कि गुरु गोबिंद सिंह महाराज ने जो 5 प्यारे चुने सीगे खालसा पंथ की नींव वास्ते, ਉਹਦੇ ਚ एक प्यारे की खोज मिल गई, उन्होंने पूरा खानदान मिल गया, और बस उन्होंने बारे कुछ एक इंटरव्यू और सारा कुछ लेता, एविडेंस लेता, उन्होंने सारा कुछ समझिया, और वो गुरप्रेम सर नाल डिस्कस हो रही है, गुरप्रीत सर नाल डिस्कस होगी हुण, और वो आप जी के सामने वो इंटरव्यू भी आऊगा। ਇਹੋ जी बहुत सारी चीज़ां सामने आई हैं जिन्होंने मतलब सोच के खुशी होती है कि मैं देखा, क्योंकि मैं जो बेरी साहब गुरुद्वारे गया तो मैनू यह फील होया कि अच्छा एक बेरी गुरु नानक देव जी ने लाया है। मैनू इसी गल से इतनी खुशी हो रही थी कि मैंने टाइम का ही नहीं पता लग रहा था। फिर जो किसी और गुरुद्वारे साहब जाता चंद्रकोना गुरुद्वारे साहब, तो मैंने उत्थे जो बात गल्लां सुनने को मिलदी हैं, मैनू यह लगता है कि अच्छा ये वो पेड़ जिथे जिन्हां दे थल्ले बैठ के गुरु नानक देव जी बच्चों को पढ़ाते होंदे सी। पीढ़ी साहब एक जगह जिथे कलकत्ता दे विच एक फैमिली ने एक पीढ़ी संभाली हुई है गुरु नानक देव जी महाराज की, तो मैंने खुशी होती थी कि मैंने दिन का पता ही नहीं लगता सी। तो बेसिकली ये है
ਮੈਨੂੰ ਲੱਗਦਾ ਹੈ ਵੀ ਦਰਸ਼ਕ ਦਾ ਜਿਹੜਾ ਹੈਗੇ ਉਹ ਇਹ ਪੁੱਛਣਾ ਚਾਹੁੰਦੇ ਸੀ ਵੀ ਇੱਥੋਂ ਸਰਦਾਰ ਫੋਟੋ ਲੋਧੀ ਦਿੱਲੀ ਗਏ, ਦਿੱਲੀ ਤੋਂ ਅਸੀਂ ਅੱਗੇ ਹਰਿਦੁਆਰ ਗਏ, ਹਰਿਦੁਆਰ ਤੋਂ ਸਾਨੂੰ ਉਹ ਇੱਕ ਸਫ਼ਰ ਥੋੜਾ ਸ਼ਾਰਟ ਦੇ ਵਿੱਚ ਸੁਣਾ ਦਿਓ ਕਿਉਂਕਿ ਟਾਈਮ ਵੀ ਹੈਗਾ, ਪੂਰਾ ਇਹ ਰੂਟ ਜਿਹੜਾ ਤੁਸੀਂ ਕੀਤਾ ਹੈਗਾ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਕਿਹੜੇ ਰੂਟ ਦੇ ਰਾਹੀਂ ਤੁਸੀਂ ਗਏ ਹੋ। ਤੇ बस अब एक दो क्वेश्चन और करेंगे फिर कोई लंबा चला जाऊंगा प्लीज। जो ये रूट है जी ये बदलते रहे क्योंकि नए एविडेंस की खोज से ये रूट बदलते रहे। दिल्ली के बाद जी मैं प्रयाग मार्ग बनारस की तरफ रुक किया जी, उत्थे अयोध्या ही नेड़े ही है करीबन 300-400 किलोमीटर के द्वारा। लेकिन जब ਅਸੀਂ रास्ते तो जा रहे हैं तो रास्ते तो जाने में कुछ नए मैंने गुरुद्वारे साहब निशान साहब देखता तो मैं उत्थे मोड़ लेता कि शायद मैंने कोई एविडेंस मिला। और उसी दौरान मैंने मगहर की थां मिली जिथे गुरु नानक देव जी कबीर जी का जिक्र आता है मगहर। और जब मगहर ਦੇ ਵਿੱਚ पता लग गया कि जी गुरुद्वारा तो बनाया गया लेकिन ਉਹਦੇ अंदर पिंड के अंदर 8-9 किलोमीटर अंदर कबीर जी का स्थान है तो फिर रहा नहीं जा रहा सीगा। मैंने सीगा चलो कबीर जी के उस स्थान को जाइए। जब उत्थे गए तो उत्थे एविडेंस पता लग गया कि कबीर जी और बाबा नानक जी की मुलाकात इत्थों ही नहीं हुई। और मैं पढ़िया सीगा कि कबीर जी और बाबा नानक जी की मुलाकात है वो बनारस हुई। एक मुलाकात में नेपाल का सुनिया सीगा और एक मुलाकात जो मैं मगहर और एक और ट्रायल दैट इज सुल्तानपुर लोधी उत्थे भी सुन। तो मैं जो हिस्ट्री कंफ्यूजन क्लियर करने वास्ते मैं मगहर गया यही निकलता है। मगहर तो आगे भी मैं उड़ीसा असम जगन्नाथपुरी सर उड़ीसा उतो फिर असम तो रांची भी ਉਹਦੇ ਵਿੱਚ ਆਉਂਦਾ ਹੈ पटना साहिब राजगीर उतो फिर असम के बाद मैंने एक वार्निंग आई कि रेन का करके फिर मैं वापस तब तक मैंने ऐसे कि मैं ऊपर दे जो नेपाल की तरफ से टूर है वो वाले सारे रिकॉर्ड करूं। असम में दोबारा करना है तो फिर मैं भूटान के बाद वापस दार्जिलिंग के बाद नेपाल होते हुए अयोध्या और अयोध्या से ऋषिकेश और अयोध्या से नानक मता के जो साहिब के बाद जो जितने गुरुद्वारे उन्होंने देखते हुए अयोध्या तो वापस ਜਿਹੜੀ ਯਾਤਰਾ ਸਾਨੂੰ ਇਹ ਕਿਹਾ ਜਾਂਦਾ ਹੈ ਟੋਟਲ ਫ੍ਰੀडम ਦਿੰਦੀ ਹੈ। ਸਾਡੇ ਜਿਹੜੇ ਮਨ ਦੇ ਉੱਤੇ ਆਈਸ ਜਮੀ ਹੁੰਦੀ ਹੈ, ਬਰਫ਼ ਜਮੀ ਜਾਂਦੀ ਹੈ, ਆਈਸ ਬ੍ਰੇਕਿੰਗ ਦਾ ਕੰਮ ਕਰਦੀ ਹੈ। ਤਾਂ ਮੇਰੇ ਨੇ ਕੀ ਮਹਿਸੂਸ ਕੀਤਾ ਹੈ ਇਹ ਯਾਤਰਾ ਕਰਕੇ, ਕਿਵੇਂ ਲੱਗਿਆ ਉਹਨੂੰ ਕਿ ਮੈਂ ਜਿਹੜਾ ਜਾ ਕੇ ਕੀ एक्सपीरियंस है। बस क्वेश्चन में थोड़ा होता है तो बात करें। सर जो फीलिंग है वो तो मैं बार कह चुका है कि एक गुंगे ਨੂੰ ਗੁੜ ਖਿਲਾ ਦੋ ਤੇ ਉਹਨੂੰ ਪੁੱਛਿਆ ਜਾਵੇ ਕਿ ਦੱਸੋ ਭਾਈ ਕਿ ਤੁਹਾਨੂੰ ਗੁੜ ਦਾ ਟੇਸਟ ਕਿਵੇਂ ਲੱਗਿਆ ਉਹ ਜੀ ਫੀਲਿੰਗ ਹੈ ਵੈਰੀ ਕਲੀਅਰ। मैं दस नहीं सकता पर फिर भी मैं इतनी गल कहूँगा कि गुरु नानक देव जी की फिलॉसफी तो कमाल दी उन्होंने कोई तोड़ नहीं। काश इनू ਆਪਾਂ ਜਿਵੇਂ ਇੱਕ ਮੈਂ ਇੰਸੀਡੈਂਟ ਇਦਾਂ ਜਿਹਦਾ ਮੈਨੂੰ ਦੁੱਖ ਵੀ ਹੈ वो ये कि कोई भी एक्स वाई आप एक समाज ले लेते हैं और वो इतना प्रचलित है। लेकिन जब मैं कलकत्ता पहुंचा तो कलकत्ता ही मैंने एक एवरी थां मिली जिथे मैंने किताबा मेरी कुछ खत्म हो गई थी जो मैं डोनेट कर रहा था। तो मैं कलकत्ता मैं सोच रहा था कि किताबा लेवा तो गुरु नानक देव जी की किताबा लभन गया तो मैंने बांग्ला ਦੇ ਵਿੱਚ ਮਿਲੀ। यानी कि जस्ट इमेजिन गुरुमुखी लिपि इंग्लिश हिंदी के अलावा मैंने जो एक नई लैंग्वेज मिली वो बांग्ला ਦੇ ਵਿੱਚ थी। तो मेरे मन से सब तो पहले है कि ये बुक मैं अपने रिश्तेदारों कलकत्ता देगा अपनी मम्मी नू अपनी मासी नू तो वो किताबा लेती। एक जो फीलिंग थी कि काश उड़िया दे विच क्यों नहीं है किताब, ये अरबिक दे विच क्यों नहीं है, ये बिहारी लैंग्वेज डोगरी लैंग्वेज उसमें क्यों नहीं है। ये मैंने एक गल फील हुई। अदरवाइज एक बाकमाल है। एक बस तुसी गूंगे नू जब पूछोगे कि गुड़ किवें तो की जवाब दोगा उन एक्सप्रेशन को तुसी समझ सकते हो। फाइनल क्वेश्चन है ਤੁਹਾਡੇ ਵਾਸਤੇ ਗੁਰੂ ਨਾਨਕ ਦੇਵ ਜੀ ਫਿਲਾਸਫੀ ਨੂੰ ਤੁਸੀਂ ਬਹੁਤ ਮੰਨਦੇ ਹੋ ਮਤਲਬ ਪਾਸ ਹੋਣਾ ਦੇ ਗੋਬਿੰਦ ਭਾਈ ਦਾ ਵੀ ਵਿੱਚ ਜਿਹੜਾ ਸੀਗਾ ਉਹ ਦਰਸ਼ਨ ਦੀ ਮੇਰੇ ਦਿਮਾਗ ਵਿੱਚ ਇੱਕ ਕੁਐਸਚਨ ਉਹ ਉੱਠਿਆ ਸੀਗਾ ਕਿ ਗੁਰੂ ਮਹਾਰਾਜ ਨੇ ਗ੍ਰਸਤੀ ਨੂੰ ਸਭ ਤੋਂ ਵੱਡਾ ਸਥਾਨ ਦਿੱਤਾ ਹੈ। ਉਹ ਕਹਿੰਦੇ ਵੀ ਪਹਿਲਾ ਗ੍ਰਸਤ ਹੈ ਤੇ ਬਾਕੀ ਚੀਜ਼ਾਂ ਸਾਰੀਆਂ ਬਾਅਦ
ਤੇ ਮਿੱਠੂ ਫਿਰ ਕੀ ਸੋਚਦਾ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਨਾਲ ਜੁੜਿਆ ਹੋਇਆ ਹੈ ਔਰ ਉਸ ਨੂੰ ਕਿਵੇਂ ਅਪਣਾਊਗਾ, ਕਿੰਨੀਆਂ ਦਾਸੀਆਂ ਕਰੂਗਾ ਔਰ ਜਿਹੜਾ ਉਹ ਗ੍ਰਸਥ ਵਾਲਾ ਫਿਲਾਸਫੀ ਉਹਨੂੰ ਛੱਡ ਦੂਗਾ। ਵੈਸੇ ਚਾਹੀਦਾ ਹੈ ਕਿ ਪੂਰਾ ਤੁਸੀਂ ਉਸ ਨੂੰ ਅਪਣਾਓ। ਸ਼ਬਦਾਂ ਦਾ ਜਾਦੂਗਰ ਸਾਲਿਆ ਜੇ ਤੁਸੀਂ ਮੇਰਾ ਫੇਸਬੁੱਕ ਅਕਾਊਂਟ ਚੈੱਕ ਕਰੋ ਤਾਂ ਉੱਤੇ ਮੈਂ ਮੈਰਿਡ ਲਿਖਿਆ ਹੋਇਆ ਜੀ। ਮੈਨੂੰ ਵੀ ਰਸਤਾ ਸੀ ਜੀ ਨੇ ਵਾਰੀਆ ਦਾ ਲੱਡੂ ਮਖਾਣਾ ਫੇਸਬੁੱਕ ਤੇ ਦੱਸ ਸਕਦੀ ਹੈ ਕਿ ਮੈਰਿਟ ਲਿਖਿਆ ਹੈ, ਪਰ ਗੁਰੂ ਨਾਨਕ ਦੇਵ ਜੀ ਸਾਹਮਣੇ ਮੈਰਿਟ ਨਹੀਂ ਚੱਲਣਾ, ਉੱਥੇ ਤਾਂ ਸਹੀ ਜਾਊਗਾ। ਫੇਸਬੁੱਕ ਹੈ, ਅਸੀਂ ਦੱਸੋ ਜੀ ਸਹੀ ਜਵਾਬ ਦਿਓ ਸਰ। ਰਾਈਟ, ਇਹ ਐਸਾ ਹੈ ਜੀ ਕਿ ਜਦੋਂ ਮੈਨੂੰ ਮਿਲਿਆ ਕੋਈ ਸਹੀ ਬੰਦਾ ਹਾਂ ਜਦੋਂ ਮੈਨੂੰ ਲੱਗਿਆ ਤਾਂ ਜੀ ਮੈਂ ਜ਼ਰੂਰ ਚਾਹੂੰਗਾ, ਪਰ ਮੈਂ ਨਹੀਂ ਚਾਹੁੰਦਾ ਕਿ ਜ਼ਰੂਰ ਨਹੀਂ ਇਹੋ ਜਿਹਾ ਨਹੀਂ ਹੈ। ਜ਼ਰੂਰ ਮੈਂ ਚਾਹੂੰਗਾ ਕਿ ਹੈ ਨਾ, ਕਿਉਂਕਿ ਹਰ ਕੋਈ ਮਣੀ ਨਹੀਂ ਹੁੰਦਾ। ਇਸ ਕਰਕੇ ਜ਼ਰੂਰ ਜਦੋਂ ਕਰੇ ਨਾਨਕ ਜੀ ਦੀ ਕਿਰਪਾ ਹੋਗੀ। ਬਹੁਤ ਧੰਨਵਾਦ। ਜਦੋਂ ਸਾਡੇ ਸ਼ੋਅ ਸ਼ਾਮਾਂ ਨੇ ਔਰ ਆਪ ਕਰਦੇ ਹਾਂ, ਅਸਲ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਬਹੁਤ ਰੀਅਲ ਇਨਸਾਨ ਹੋ, ਅੰਦਰੋਂ ਜਿਉਣ ਵਾਲੇ ਬੰਦੇ ਹੋ, ਤਾਂ ਗੁਰੂ ਨਾਨਕ ਦੇਵ ਜੀ ਦੀ ਅਸਲੀ ਫਿਲਾਸਫੀ ਹੈ ਉਹਨੂੰ ਤੁਸੀਂ ਜ਼ਰੂਰ ਅਪਣਾਓਗੇ। ਔਰ ਤੁਸੀਂ ਸਾਨੂੰ ਜਿਹੜੇ ਜਰਨੀ ਤੇ ਲੈ ਕੇ ਗਏ ਸੀ ਉਹਦੇ ਵਿੱਚ ਧੰਨਵਾਦੀਆਂ ਤੁਹਾਡੇ ਔਰ ਸਾਰੇ ਸਾਥੀਆਂ ਦੇ ਵੀ ਧੰਨਵਾਦੀ। ਕਿਸੇ ਹੋਰ ਸਾਥੀ ਨੇ ਕੋਈ ਕੁਐਸਚਨ ਕਰਨਾ ਤਾਂ ਪਲੀਜ਼ ਉਹ ਕਰ ਲਓ, ਫਿਰ ਆਪਾਂ ਇਹ ਪ੍ਰੋਗਰਾਮ ਸਮਾਪਤ ਕਰੀਏ। ਮੈਨੂੰ ਇੱਕ ਕੁਐਸਚਨ ਹੈ ਮੇਰਾ, ਮਤਲਬ ਦੋ ਐਕਸਪੀਰੀਅੰਸ ਪੂਰੀ ਜਰਨੀ, ਇੱਕ ਜਿੱਥੇ ਕੋਈ ਸਭ ਤੋਂ ਮਾੜਾ ਐਕਸਪੀਰੀਅੰਸ ਤੇ ਸਭ ਤੋਂ ਵਧੀਆ ਤੇਰਾ ਮਤਲਬ ਅੰਤਾਂ ਦੀ ਖੁਸ਼ੀ ਹੋ ਗਈ ਹੋਵੇ। ਦੋ, ਵੈਸੇ ਤਾਂ ਪੂਰੀ ਯਾਤਰਾ ਹੀ ਬਹੁਤ ਵਧੀਆ ਸੀ। ਮਾੜਾ ਐਕਸਪੀਰੀਅੰਸ ਮੈਂ ਪਹਿਲੇ ਦੱਸਦਾ। ਮਾੜਾ ਐਕਸਪੀਰੀਅੰਸ ਇਹ ਸੀਗਾ ਕਿ ਮੇਰੇ ਅੰਦਰ ਘਮੰਡ ਆ ਗਿਆ ਸੀ। ਜਦੋਂ ਮੈਂ ਕੁਝ ਗੁਰਦੁਆਰੇ 'ਚ ਸਾਹਿਬ ਦੇ ਵਿੱਚ ਜਾਂਦਾ ਤੇ ਉੱਥੇ ਲੋਕ ਕਿਉਂਕਿ ਉਹ ਦੇਖਦੇ ਯੰਗ ਮੁੰਡਾ ਹੈ ਤੇ ਸ਼ਾਇਦ ਮੇਬੀ ਇਟਸ ਕਿਉਂਕਿ ਆਪਾਂ ਜਜਮੈਂਟ ਪਾਸ ਤੋਂ ਕਰਦੇ ਜੋ ਪਹਿਲੇ ਕਦੇ ਹੋਇਆ ਹੋ। तो मैं उन्होंने कह रहा था भाई जी मैं कुछ ਲੱਭਣ ਨੂੰ ਤੁਰਿਆ, ਤੁਸੀਂ ਕਮਰਾ ਨਹੀਂ ਦੇ ਸਕਦੇ, ਮੈਨੂੰ ਹਾਲ ਦੇ ਦਿਓ। तो ਉਹ ਕਹਿੰਦੇ ਵੀ ਹਾਲ ਨਹੀਂ ਹੈ, ਤੁਸੀਂ ਹੋਟਲ ਦੇਖ ਲਓ। ਮੈਂ ਹੋਟਲ ਤੋਂ ਬਾਹਰ ਆਇਆ ਤੇ ਜੋ ਚੌਕੀਦਾਰ ਸੀਗਾ ਉਹ ਕਹਿੰਦਾ ਨਹੀਂ ਕਮਰੇ ਹੁੰਦੇ ਜੀ, ਇਹ ਦੇ ਦੇ ਇੱਕ ਸਪੈਸ਼ਲ ਥਾਂ ਤੇ ਮੈਨੂੰ ਇਹ ਲੱਗਿਆ ਕਿ ਜਦੋਂ ਮੈਂ ਬਾਹਰ ਨਿਕਲਾ ਮੈਂ ਹੋਟਲ ਲਿੱਤਾ ਤੇ ਹੋਟਲ 'ਚ ਮੈਨੂੰ ਲੱਗਿਆ ਨੋ ਆਈ ਐਮ ਰੋਂਗ, ਕਿਉਂਕਿ ਮੈਨੂੰ ਖਮੰਡ ਆ ਗਿਆ ਕਿ ਮੈਂ ਇਹ ਗੱਲ ਕਹਿ ਰਿਹਾ ਮੈਂ ਕੁਝ ਲੱਭਣ ਚੱਲਿਆ, ਲੇਕਿਨ ਰਿयलिटी ਇਹ ਹੈ ਕਿ ਚੀਜ਼ਾਂ ਮੇਰੇ ਕੋਲ ਆਈਆਂ, मैं लपट नहीं गया, चीज़ां मेरे को आई हैं, ये मैं गल दस रहा ये मैं रियलाइज की है, ये गल मैं रियलाइज की। तो वो जो मेरा घमंड सी गल मैंने आ गया थी ना कि यार कमाल है, मैं तो गल ही नहीं सुन रहे को, मैं कोई चीज बढ़ गया। हां एक चीज, क्योंकि मैं होटल से गया उठे मैंने कोई शख्स मिलते और कहते अच्छा ठीक है मैं कर रहा ओके गो फॉर द साइड बढ़िया। तो और बढ़िया एक्सपीरियंस जो है वो ये है कि मैनू इन्नी मावा मिली, ये गलतफहमी है कि मां का प्यार कला मां दे सकती है या बाप का प्यार कला परिवार का हिस्सा दे सकता, दिस इज रॉन्ग फिलॉसफी। ये ਤੁਹਾਨੂੰ ਕੋਈ ਵੀ ਦੇ ਸਕਦਾ ਜਿਹਦਾ ਦਿਲ ਵੱਡਾ ਹੋ। ਕਈ ਥਾਂ ਇਹੋ ਜੀ ਹੈ ਜੀ ਜਿੱਥੇ ਮੈਨੂੰ ਮੇਰੇ ਜੇਬ 'ਚ मैं पैसे नहीं लेता, सबको पता अच्छी तरह रविंद्र को पता है, पर मेरे जेब 'ਚ ठुस है गया, मैं रात ਨੂੰ सो ਰਿਹਾ ਤੇ ਮੈਨੂੰ ਉਠਾ ਕੇ ਕਈਆਂ ਜਾਂ ਮੁੰਡਾ ਕਹਿੰਦਾ ਭਾਜੀ ਤੁਸੀਂ ਮੇਰੇ ਨਾਲ ਆਓ ਏਸੀ ਰੂਮ 'ਚ ਆਓ। तो जब मैं एसी रूम च पैदा तो उत्थे किताबां ही किताबां, वो किताबां नाल डिस्कस करदा। तो बेसिकली इट्स ये में एक बड़ा कॉम्प्लिकेटेड असल कि चंगी चीज की है। चंगी चीज ये है कि मैनू समझ आ गया कि माफ किवें करना है, और सब तो पहले माफ मैं अपने आप को दिता जो मैं गलतियां कीती अपने आप को। कई साल वो सजा दे रहा सीगा, मेरे ख्याल नाल ये सब तो बड़ी चंगी चीज है कि मैं अपने आप को सब तो पहले माफ करता है। बहुत धन्यवाद प्रोग्राम समाप्त करते हैं, धन्यवाद करते हैं स्पेशली गुरप्रेम लहरी जी का ਜਿਹੜੇ ਇਹ ਸਾਰੇ ਜੱਥੇ ਨੂੰ ਖਿੱਚੀ ਫਿਰਦੇ ਆ, ਕਿਉਂਕਿ ਇਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਇਹ ਬੜਾ ਇੰਜਨ ਕਰ ਰਿਹਾ ਜਿਹੜਾ ਡੱਬੇ ਦੇ ਡੱਬਾ ਮਾਰ ਜੋੜ ਕੇ ਖਿੱਚੀ ਫਿਰਦਾ। ਤੇ ਭਾਈ ਸਾਹਿਬ ਦਾ ਵਿਸ਼ੇਸ਼ ਧੰਨਵਾਦ ਹੈ
ਉਹਨਾਂ ਦਾ ਪਿਆਰ ਸਨੇਹ ਸਾਨੂੰ ਬਹੁਤ ਜ਼ਿਆਦਾ ਮਿਲਦਾ ਹੈ। ਔਰ ਵਿਕਰਮ ਜੀ ਸਾਡੇ ਇਹਨਾਂ ਦਾ ਨਾਮ ਤਾਂ ਜੋ ਦੇਖ ਲਿਆ ਸੀਗਾ, ਇਹ ਛੋਟਾ ਮੋਟਰਸਾਈਕਲ ਦੇ ਦਿੰਦੇ ਆ ਬੰਦੇ ਨੂੰ ਤੇ ਵੱਡਾ ਲਾ ਕੇ ਲਿਆਉਂਦੇ ਨੇ। ਅੱਜ ਵੀ ਜਦੋਂ ਛੋਟਾ ਮੋਟਰਸਾਈਕਲ ਜਦੋਂ ਸਾਨੂੰ ਵੀ ਕੀਤਾ ਇਹਨਾਂ ਨੇ ਤੇ ਸਾਰੇ ਇਹ ਜਿਹੜੀ ਫੌਜ ਬੈਠੀ ਹੈ ਇਹ ਵਿਕਰਮ ਜੀ ਦਾ ਧੰਨਵਾਦੀ ਹੈ ਕਿ ਫਰਮਾਇਆ ਹੈ ਅਜੇ ਸਾਹਿਬ ਦਾ ਤੇ ਹੁਣ ਜਿਹੜਾ ਸਮਾਂ ਹੈਗਾ ਉਹ ਹੈ ਆਪਣੇ ਇਹਨਾਂ ਰਾਈਡਰ ਸਾਥੀਆਂ ਜਿਨ੍ਹਾਂ ਨੇ ਯਾਦਗਾਰੀ ਪੜਾਂ ਪਾਈਆਂ ਨੇ ਉਹਨਾਂ ਨੂੰ ਯਾਦਗਾਰੀ ਤੇ ਨਾਲ ਭੇਂਟ ਕਰਨਾ ਤੇ ਮੈਂ ਬੇਨਤੀ ਕਰੂੰਗਾ ਵਿਕਰਮ ਜੀ, ਮੱਦੀ ਸਾਹਿਬ, ਬਾਬਾ ਜੀ, ਪ੍ਰਤੇਸ਼ ਸੰਤ ਜੀ, ਜਤਿੰਦਰ ਜੀ, ਭਾਈਆ ਸਾਹਿਬ ਆਓ ਤੇ ਸਮਰਥ ਸੀ ਜਿਹੜੇ 25 ਦਿਨਾਂ ਦੀ ਲੰਬੀ ਮੋਟਰਸਾਈਕਲ ਯਾਤਰਾ ਕਰਕੇ ਆਏ ਆ। ਉਹਨਾਂ ਦੇ ਵਿੱਚ ਵਿਕਰਮ ਮੰਡਲ ਜੀ, ਸੂਰਜ ਮਣੀ ਜੀ ਤੇ ਰਜਨੀ ਸ਼ਰਮਾ ਜੀ ਤੇ ਇਸ ਪ੍ਰੋਗਰਾਮ ਤੇ ਪਹੁੰਚੇ ਹੋਏ ਸਾਰੇ ਬਾਈਕਰ ਦੋਸਤਾਂ ਦਾ ਪੰਜਾਬੀ ਐਡਵੈਂਚਰ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਤੇ ਨਾਲ ਹੀ ਬਾਈਆ ਹਾਈਟਸ ਇਹਨਾਂ ਦਾ ਵੀ ਪੰਜਾਬੀ ਐਡਵੈਂਚਰ ਵੱਲੋਂ ਸਪੈਸ਼ਲ ਧੰਨਵਾਦ ਕੀਤਾ ਜਾਂਦਾ ਹੈ। ਤੇ ਇਸ ਪ੍ਰੋਗਰਾਮ ਦੀ ਜਿਹੜੀ ਸਮੁੱਚੀ ਰੂਪਰੇਖਾ ਲਿਖਣ ਵਾਲੇ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਗੁਰਪ੍ਰੀਤ ਲਹਿਰੀ ਜੀ ਆ, ਕਿਉਂਕਿ ਇੱਕ ਜਿਹੜੀ ਬਾਲਾ ਦੇ ਵਿੱਚ ਮੋਤੀ ਬਣਾਉਣੇ ਉਹ ਕੰਮ ਕਰਨਾ ਜਿਹੜਾ ਉਹ ਲਹਿਰੀ ਸਾਹਿਬ ਨੇ ਹਿੱਸਿਆ ਹੈ। ਤੇ ਇਹਦੇ ਲਈ ਸਾਡੇ ਸਾਰੇ ਜਿਹੜੇ ਹੈਗੇ ਬਾਈਕਰ ਬੈਠੇ ਹੈਗੇ ਸਾਡੇ ਸਾਰਿਆਂ ਵੱਲੋਂ ਲਹਿਰੀ ਸਾਹਿਬ ਜੀ ਦਾ ਵੀ ਸਪੈਸ਼ਲ ਧੰਨਵਾਦ ਹੈ। ਤੇ ਪਰਮਾਤਮਾ ਨੂੰ ਤੰਦਰੁਸਤ ਕਰਕੇ ਇਹਨਾਂ ਨੂੰ ਹੋਰ ਉਦਮ ਬਖਸ਼ੇ ਤੇ ਇਹ ਪੰਜਾਬੀ ਐਡਵੈਂਚਰ ਕਲੱਬ ਦੀ ਹੋਰ ਚੜ੍ਹਾਈ ਹੋਵੇ। ਤੇ ਨਾਲ ਬਾਈਕਰ ਨੂੰ ਇੱਕ ਬੇਨਤੀ ਹੈ ਕਿ ਆਪਾਂ ਵੀ ਸਾਰੇ ਪੂਰੀ ਤਹਿ ਦਿਲੋਂ ਇਮਾਨਦਾਰੀ ਦੇ ਨਾਲ ਪੰਜਾਬੀ ਐਡਵੈਂਚਰ ਕਲੱਬ ਦੀ ਚੜ੍ਹਦੀ ਕਲਾ ਲਈ ਕਾਰਜ ਕਰੀਏ। ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਪੰਜਾਬੀ ਐਡਵੈਂਚਰ ਕਲੱਬ ਅਤੇ ਆਟੋ ਨਾਲੇ ਵੱਲੋਂ।